ਇਹ ਕਹਿ ਰਿਹਾ ਡੇਟਾ ਚੋਰੀ ਕਰਕੇ ਭੱਜ ਗਏ ਨਾ। ਅਸੀਂ ਜਿਹੜੀ ਡੀਐਸਪੀ ਆਫਿਸ ਦੇ ਵਿੱਚ ਪੈਨ ਡਰਾਈਵ ਦਿੱਤੀ ਹੈ ਉਹਦੇ ਵਿੱਚ ਪ੍ਰੂਫ ਹੈ ਜਿਹੜਾ ਇਹਨਾਂ ਦਾ ਡੇਟਾ ਅਸੀਂ ਹੈਂਡਓਵਰ ਕੀਤਾ ਹੈ। ਪਲੱਸ ਤੁਸੀਂ ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਉਸ 'ਚ ਦੇਖ ਸਕਦੇ ਹੋ ਕਿ ਟੇਬਲ ਦੇ ਉੱਤੇ ਸਾਰੇ ਫੋਨ ਕਲੈਕਟ ਕਰ ਲਿੱਤੇ ਗਏ ਸੀਗੇ। ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਹੋਈਆਂ। ਕੀ ਸੀਗਾ ਜਦੋਂ ਇਹ ਵੀਡੀਓਜ਼ ਵਾਇਰਲ ਹੋਣ ਲੱਗੀਆਂ ਤਾਂ ਉਹਨਾਂ ਨੇ ਇਦਾਂ ਕਿਹਾ कि मेरे रिलेटेड वीडियोस बनाओ, मेरे लिए वीडियोस बनाओ। दोस्तों आप सभी ने ये वीडियो क्लिप में देखा है कि प्रोफेसर बजेंद्र सिंह के जब से ये वीडियो क्लिप वायरल हुआ है तब से काफी पूरे इंडिया के न्यूज चैनल्स और काफी अन्य जाति के लोग अलग अलग तरह की बातें बता रहे हैं। आज हमें एक और वीडियो क्लिप सामने निकल कर आया है जहां पर ये बहन बता रही हैं और प्रोफेसर बजेंद्र सिंह के बारे में क्या क्या बता रही हैं। आगे हम इस वीडियो क्लिप को पूरा देखेंगे। आइए हम प्रोफेसर बजेंद्र सिंह के बारे में इन सिस्टर ने और ब्रदर ने क्या क्या बताया है न्यूज चैनल वालों को। आइए हम इस वीडियो क्लिप को पूरा देखते हैं। सर बिल्कुल है, क्योंकि 2 दिन ऑलरेडी हो चुके हैं अप्रोक्सीमेट, बट हुण तक कोई कार्रवाई नहीं की गई। और ਈਵਨ ਕਿ ਉਹ ਧਰਨੇ ਲਗਾ ਕੇ ਇਹ ਬੋਲ ਰਿਹਾ ਕਿ ਇਹਨਾਂ ਤੇ ਕ੍ਰਾਸ ਪਰਚਾ ਕੀਤਾ ਜਾਵੇ। ਸਾਡੇ ਪਰਚੇ ਦੇ ਉੱਤੇ ਮਤਲਬ ਅਸੀਂ ਜਿਹੜੀ ਕੰਪਲੇਂਟ ਦਿੱਤੀ ਸੀ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਅਸੀਂ ਜਿਹੜੀ ਕੰਪਲੇਂਟ ਸਾਡੀ ਜਿਹੜੀ FIR ਹੈ ਪ੍ਰੂਫ ਦੇ ਬਿਹਾਫ ਤੇ ਹੋਈ ਹੈ। ਤੁਸੀਂ ਪ੍ਰੂਫ ਦਿਓ ਤੁਹਾਡੀ ਵੀ ਹੋ ਜਾਏਗੀ। ਜਦੋਂ ਕੋਈ ਪ੍ਰੂਫ ਹੋਏਗਾ ਤਾਂ ਹੀ ਉਹ ਆਏਗਾ ਨਾ। ਸਾਨੂੰ ਪੁੱਛਣ ਲਈ ਬੁਲਾਇਆ ਜਾਏਗਾ। ਜਦੋਂ ਸਾਨੂੰ ਬੁਲਾਇਆ ਗਿਆ ਸੀ ਅਸੀਂ ਪ੍ਰੋਪਰ ਐਵੀਡੈਂਸ, ਇਹ ਕਹਿ ਰਿਹਾ ਡੇਟਾ ਚੋਰੀ ਕਰਕੇ ਭੱਜ ਗਏ ਨਾ। ਅਸੀਂ ਜਿਹੜੀ ਡੀਐਸਪੀ ਆਫਿਸ ਦੇ ਵਿੱਚ ਪੈਨ ਡਰਾਈਵ ਦਿੱਤੀ ਹੈ ਉਹਦੇ ਵਿੱਚ ਪ੍ਰੂਫ ਹੈ ਜਿਹੜਾ ਇਹਨਾਂ ਦਾ ਡੇਟਾ ਅਸੀਂ ਹੈਂਡਓਵਰ ਕੀਤਾ ਹੈ। ਜਿਹੜੇ ਮੋਬਾਈਲਸ ਅਸੀਂ ਹੈਂਡਓਵਰ ਕੀਤੇ, ਜਿਹੜੇ ਅਸੀਂ ਲੈਪਟਾਪ ਹੈਂਡਓਵਰ ਕੀਤੇ ਹੈ। ਪਲੱਸ ਤੁਸੀਂ ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਉਸ 'ਚ ਦੇਖ ਸਕਦੇ ਹੋ ਕਿ ਟੇਬਲ ਦੇ ਉੱਤੇ ਸਾਰੇ ਫੋਨ ਕਲੈਕਟ ਕਰ ਲਿੱਤੇ ਗਏ ਸੀਗੇ। ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਹੋਈਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਬੈਗ 'ਚ ਪਾ ਕੇ ਆਪਣੇ ਫੋਨ ਚਲੇ ਗਏ ਸੀਗੇ। ਮੈਨੂੰ ਨਹੀਂ ਪਤਾ ਕਿਉਂਕਿ ਅਸੀਂ ਉਸ ਤੋਂ ਬਾਅਦ ਆ ਗਏ ਸੀਗੇ। ਕਿਹਨੂੰ ਦਿੱਤੇ ਆ ਕਿਹਨੂੰ ਨਹੀਂ ਦਿੱਤੇ ਉਹ ਸਾਨੂੰ ਨਹੀਂ ਪਤਾ, ਕਿਉਂਕਿ ਉਹ ਬੱਚੇ ਇੰਨਾ ਡਰਦੇ ਆ, ਉਹ ਨਹੀਂ ਬੋਲ ਸਕਦੇ। ਕੀ ਲੱਗਦਾ ਤੁਹਾਨੂੰ ਕੱਲ ਇਹਨਾਂ ਵੱਲੋਂ ਜਿਹੜਾ ਐਸਐਸਪੀ ਦਫ਼ਤਰ ਦਾ ਘਿਰਾਓ ਕੀਤਾ ਗਿਆ ਉਹ ਕਿਉਂ ਕੀਤਾ ਇਹਨਾਂ ਨੇ? ਸਰ ਕ੍ਰਾਸ ਪਰਚਾ ਕਰਨ ਲਈ, ਪ੍ਰਸ਼ਾਸਨ ਤੇ ਦਬਾਅ ਪਾਉਣ ਲਈ ਕਿ ਕ੍ਰਾਸ ਪਰਚਾ ਕਰਾਂਗਾ ਤਾਂ ਇਹ ਕੰਪਰੋਮਾਈਜ਼ ਕਰ ਲੈਣਗੇ। ਦੈਟ ਇਜ਼ ਨਾਟ ਪੋਸੀਬਲ। ਇਹ ਤਾਂ ਹੋ ਨਹੀਂ ਸਕਦਾ ਕਿਉਂਕਿ ਅਸੀਂ ਉੱਥੇ ਰਹਿ ਕੇ ਆਏ ਆ। ਉਹਨਾਂ ਬੱਚਿਆਂ ਤੇ ਕਿਸ ਚੀਜ਼ ਦਾ ਦਬਾਅ ਹੁੰਦਾ ਅਸੀਂ ਪ੍ਰੋਪਰ ਅੱਛੇ ਤਰੀਕੇ ਨਾਲ ਜਾਣਦੇ ਆ। ਅਗਰ ਨਿਕਲੇ ਆ ਨਾ, ਇਹਨਾਂ ਨੂੰ 11-12 ਸਾਲ ਹੋ ਗਏ ਸੀਗੇ, ਮੈਨੂੰ 6-7 ਸਾਲ ਹੋ ਗਏ। ਕਿਸੇ ਜਗ੍ਹਾ ਨੂੰ ਛੱਡਣਾ ਈਜ਼ੀ ਹੈ? ਇਹ ਈਜ਼ੀ ਨਹੀਂ ਹੈ। ਕਿਸੇ ਦੇ ਘਰ ਦੀ ਰੋਟੀ ਚੱਲ ਰਹੀ ਹੈ, ਠੀਕ ਹੈ, ਅਸੀਂ ਉੱਥੋਂ ਛੱਡ ਕੇ ਆਏ ਨਾ। ਇਹ ਬਹੁਤ ਡਿਫਿਕਲਟ ਮੋਡ ਸੀਗਾ, ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ, ਤਾਂ ਅਸੀਂ ਛੱਡ ਕੇ ਆਏ ਹਾਂ। ਤੁਸੀਂ ਜਦੋਂ 6 ਸਾਲ ਪਹਿਲਾਂ ਉਹਨਾਂ ਨਾਲ ਜੁੜੇ ਸੀ ਕੀ ਸੋਚ ਕੇ ਗਏ ਸੀ? ਕਿਸ ਤਰ੍ਹਾਂ ਪਤਾ ਲੱਗਿਆ ਸੀ? ਕਿਵੇਂ ਜੁੜੇ ਸੀ? ਸਰ ਐਕਚੁਅਲ 'ਚ ਤਾਂ ਮੈਂ ਵੈਸੇ ਗਈ ਸੀਗੀ ਮੀਟਿੰਗ ਅਟੈਂਡ ਕਰਨ ਵਾਸਤੇ, ਪਰ ਜਦੋਂ ਮੈਂ ਦੇਖਿਆ ਉੱਥੇ ਵਰਸ਼ਿਪ ਵਗੈਰਾ ਚੱਲ ਰਹੀ ਹੈ, ਸ਼ਾਂਤੀ ਮਿਲ ਰਹੀ ਹੈ, ਇੱਕ ਕਹਿ ਸਕਦੇ ਕਿ ਇਨਸਾਨ ਆਪਣੀ ਲਾਈਫ ਦੇ ਰਿਲੀਫ ਵਾਸਤੇ ਜਾਂਦਾ ਹਰ ਜਗ੍ਹਾ ਦੇ ਉੱਤੇ, ਤਾਂ ਮੈਨੂੰ ਉਹ ਰਿਲੀਫ ਫੀਲ ਹੋਇਆ ਸੀਗਾ। ਯਿਸੂ ਮਸੀਹ ਦਾ ਨਾਮ ਲੈ ਕੇ ਮੇਰੀ ਲਾਈਫ 'ਚ ਕੰਮ ਹੋਏ ਸੀਗੇ, ਮੈਂ ਇਸ ਕਰਕੇ ਉੱਥੇ ਜੁੜੀ ਸੀ। ਔਰ ਮੈਂ ਸੋਚ ਰਹੀ ਸੀ ਕਿ ਚਲੋ ਸੇਵਾ ਵੀ ਹੋ ਜਾਏਗੀ ਔਰ ਘਰ ਦਾ ਖਰਚਾ ਵੀ ਨਾਰਮਲ ਤਾਂ ਚੱਲ ਹੀ ਰਿਹਾ ਸੀ, ਕਿਉਂਕਿ ਮੈਂ ਪਹਿਲਾਂ ਵੀ ਜੌਬ ਕਰਦੀ ਸੀਗੀ। ਮੈਨੂੰ ਇਹ ਸੀਗਾ ਚਲੋ ਘਰ ਦਾ ਖਰਚਾ ਤਾਂ ਚੱਲ ਹੀ ਜਾਏਗਾ, ਕਿਉਂਕਿ ਇਹ ਸੈਲਰੀ ਬੇਸਿਸ ਤੇ ਰੱਖਿਆ ਹੋਇਆ ਸੀਗਾ ਸਾਨੂੰ। ਤੁਸੀਂ ਧਰਮ ਪਰਿਵਰਤਨ ਕੀਤਾ? ਸਰ ਇਟਸ ਨਾਟ ਅ ਧਰਮ ਪਰਿਵਰਤਨ, ਇਟਸ ਅ ਬਿਲੀਵ, ਇਟਸ ਅ ਫੇਥ। ਇਹ ਮੇਰਾ ਵਿਸ਼ਵਾਸ ਹੈ ਕਿ ਯਿਸੂ ਮਸੀਹ ਕੰਮ ਕਰਦਾ ਹੈ ਔਰ ਮੈਂ ਉਸ ਚੀਜ਼ ਨੂੰ ਕਦੀ ਡਿਨਾਈ ਨਹੀਂ ਕਰੂੰਗੀ, ਚਾਹੇ ਮੇਰੇ ਸਾਹਮਣੇ ਚਲੋ ਆਸਥਾ ਹੋ ਗਈ ਨਾ, ਉਹ ਤਾਂ ਹਰ ਧਰਮ ਨੂੰ ਆਪਾਂ ਸਤਿਕਾਰ ਦਿੰਦੇ ਹਾਂ, ਹਰ ਧਰਮ। ਵੈਸੇ ਤੁਸੀਂ ਕਿਹੜੇ ਧਰਮ ਨਾਲ ਸੰਬੰਧ ਰੱਖਦੇ? ਮੈਂ ਸਿੱਖ ਧਰਮ ਨਾਲ। ਮਤਲਬ ਵੀ ਸਿੱਖ ਹੀ ਹੋ? ਬਿਲਕੁਲ ਜੀ, ਮੇਰਾ ਨਾਮ ਵੀ ਉਹੀ ਹੈ, ਮੇਰੀ ਪਹਿਚਾਣ ਵੀ ਉਹੀ ਹੈ। ਸਿਰਫ ਮੇਰਾ ਵਿਸ਼ਵਾਸ ਹੈ ਕਿ ਯਿਸੂ ਮਸੀਹ ਕੰਮ ਕਰਦਾ ਹੈ ਔਰ ਉਸ ਦੇ ਥਰੂ ਮੇਰੇ ਲਾਈਫ 'ਚ ਕੰਮ ਹੁੰਦਾ ਹੈ। ਇਹੀ ਚੀਜ਼ ਤਾਂ ਬਜਿੰਦਰ ਦਾਵਾ ਕਰਦਾ ਹੈ ਕਿ ਯਿਸੂ ਮਸੀਹ ਦੀਆਂ ਕੀਤੀਆਂ ਦੁਆਵਾਂ, ਉਹਨਾਂ ਦੀ ਕੀਤੀ ਪ੍ਰੇਅਰ ਕੰਮ ਕਰਦੀ ਹੈ, ਫਿਰ ਤੁਸੀਂ ਉਸ ਨੂੰ ਪਖੰਡ ਕਿਉਂ ਕਹਿ ਰਹੇ ਹੋ? ਸਰ ਅਗਰ ਤੁਸੀਂ ਦੇਖੋਗੇ ਨਾ ਉਹਦੇ ਵਿੱਚ ਮੈਂ ਦਿਖ ਰਹੀ ਹੈ कि मैं प्रार्थना करूंगा तो तुम्हारे काम होंगे। मैं नहीं, परमेश्वर चाहेगा तो काम होंगे। कहते उसके नाम में सामर्थ्य है। अगर तुम उसका नाम भी अपनी जुबान से ले रहे हो ना तो वो काम करेगा। अगर तुम घर में भी बैठे हो, जैसे ये भी पास्टर है, ये भी प्रार्थना करेंगे, हम भी प्रार्थना करेंगे। कहते विश्वासी दी भी प्रार्थना मायने रखती है। इंसान प्रार्थना करवा रहा है, घर जाके दारू दी बोतल खोल रहा है या नशे कर रहा है, वो भी गलत है। परमेश्वर काम नहीं करेगा उस जगह ते। अगर ਉਹਦਾ ਆਪਣਾ ਲਾਈਫ ਵੀ ਤਾਂ ਸੁਧਾਰਨੀ ਹੈ ਨਾ। ਅਗਰ ਅਸੀਂ ਆਪਣੀ ਲਾਈਫ ਨਹੀਂ ਸੁਧਾਰਾਂਗੇ, ਅਸੀਂ ਸਿਰਫ ਇਹਨਾਂ ਚੀਜ਼ਾਂ ਵਿੱਚ ਪਏ ਰਵਾਂਗੇ ਤਾਂ ਕੰਮ ਕਿੱਦਾਂ? ਆਪਣੇ ਸਟਾਫ ਨੂੰ ਟੌਰਚਰ ਕਿਉਂ ਕਰਦਾ? ਸਰ ਟੌਰਚਰ ਦਾ ਮੇਨ ਮੁੱਦਾ ਇਹੀ ਹੁੰਦਾ ਹੈ ਕਿ ਮੇਰੇ ਨਾਲ ਜੁੜੇ ਰਹੋ। ਅਗਰ ਮੇਰੇ ਹੁਣ ਜਿਸ ਤਰ੍ਹਾਂ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਮੇਨਲੀ ਸਾਡਾ ਟੌਰਚਰ ਦਾ ਕੀ ਸੀਗਾ, ਜਦੋਂ ਇਹ ਵੀਡੀਓਜ਼ ਵਾਇਰਲ ਹੋਣ ਲੱਗੀਆਂ ਤਾਂ ਉਹਨਾਂ ਨੇ ਇਦਾਂ ਕਿਹਾ ਕਿ ਮੇਰੇ ਰਿਲੇਟਡ ਵੀਡੀਓਜ਼ ਬਣਾਓ, ਮੇਰੇ ਲਈ ਵੀਡੀਓਜ਼ ਬਣਾਓ, ਮੇਰੇ ਲਈ ਵੀਡੀਓਜ਼ ਬਣਾਓ, ਹੈ ਨਾ, ਕਿ ਮੈਂ ਸਹੀ ਹਾਂ। ਪਰ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਵਚਨ ਦੇ ਨਾਲ ਜਵਾਬ ਦਿਓ। ਅਗਰ ਅਸੀਂ ਸੱਚੇ ਆ ਤਾਂ ਆਟੋਮੈਟਿਕਲੀ ਉਹ ਚੀਜ਼ਾਂ ਸ਼ਾਂਤ ਹੋ ਜਾਣਗੀਆਂ, ਹੈ ਨਾ। ਜਿਹੜਾ ਝੂਠ ਹੋਏਗਾ ਉਹ ਹੀ ਫਸੇਗਾ। ਤੇ ਉਹ ਚੀਜ਼ਾਂ ਦੇ ਲਈ ਸਾਡੇ ਉੱਤੇ ਦਬਾਅ ਵੀ ਬਣਾਇਆ ਜਾਂਦਾ ਸੀਗਾ। ਕਦੀ ਕਦਾਰ ਬਦਤਮੀਜ਼ੀ ਵੀ ਕੀਤੀ ਜਾਂਦੀ ਸੀ, ਹਰਾਸਮੈਂਟ, ਰੂਡ ਬਿਹੇਵੀਅਰ ਕੀਤਾ ਜਾਂਦਾ ਸੀ। ਲੋਕ ਮਤਲਬ ਜਿਹੜੇ ਬੱਚੇ ਸਾਡੇ ਸ਼ਿਕਾਰ ਹੋਏ ਰੂਡ ਬਿਹੇਵੀਅਰ ਦਾ? ਸਰ ਬਹੁਤ ਵਾਰ
ਇੱਕ ਵਾਰ ਨਹੀਂ ਕਦੇ ਕੋਈ ਚਾਂਟਾ ਚੂੰਟਾ ਕੁਝ ਥੱਪੜ ਇਦਾਂ ਜਾਂ ਗਾਲਾਂ ਕੁਝ ਕਿਦਾਂ ਮਤਲਬ ਗਾਲਾਂ ਨਹੀਂ, ਬਦਤਮੀਜ਼ੀ ਜਿਸ ਤਰ੍ਹਾਂ ਕਹਿ ਦਿੰਦੇ ਕਿ ਤੁਮ ਡਫਰ ਹੋ, तुम इडियट हो, ਡੀਮੋਰਲਾਈਜ਼ ਕਰ डीमोरलाइज करना एक सेल्फ रिस्पेक्ट होंदी है, ठीक है। अगर ਅਸੀਂ सेल्फ रिस्पेक्ट ही नहीं देखाਂਗੇ ਤਾਂ ਦੁਨੀਆ ਕਿੱਦਾਂ ਸਾਡੀ सेल्फ रिस्पेक्ट ਨੀਵਾਂ ਦਿਖਾਣਾ ਮਤਲਬ ਨੀਚਾ ਦਿਖਾਣਾ ਇਹ ਤਾਂ ਇੰਨਾ ਜ਼ਿਆਦਾ ਹੈ ਸਰ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਬਟ ਇੱਕ ਇਨਸਾਨ ਅਗਰ ਉੱਥੇ ਹਜੇ ਤੱਕ ਜੁੜਿਆ ਨਾ, ਉਹਦੀ ਸਿਰਫ ਆਸਥਾ ਹੈ, ਸਾਡਾ ਵਿਸ਼ਵਾਸ। ਤੁਸੀਂ ਜਿਵੇਂ ਕਹਿ ਰਹੇ ਹੋ ਮੈਂ 6 ਸਾਲ ਕੰਮ ਕੀਤਾ, ਇਹ ਸਭ ਕਿਉਂ ਸਹਿੰਦੇ ਰਹੇ? ਰੋਜੀ ਰੋਟੀ ਲਈ? ਸਰ ਰੋਜ਼ੀ ਰੋਟੀ ਲਈ ਨਹੀਂ, ਇੱਕ ਤਾਂ ਦੇਖੋ ਇੱਕ ਰਿਸਪੌਂਸਿਬਿਲਟੀ ਵੀ ਆ ਜਾਂਦੀ ਹੈ। ਕੁਝ ਬਾਈਬਲ ਅਗਰ ਅਸੀਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਸਹਿਣ ਦੇ ਲਈ ਹੈ ਕਿ ਅਗਰ ਤੁਹਾਡਾ ਅਗੂਆ ਜਿਸ ਤਰ੍ਹਾਂ ਅਸੀਂ ਪ੍ਰੋਫਿਟ ਕਹਿ ਰਹੇ ਹਾਂ ਉਹਨਾਂ ਨੂੰ, ਹੈ ਨਾ, ਅਗਰ ਤੁਹਾਡਾ ਅਗੂਆ ਤੁਹਾਨੂੰ ਸਹੀ ਗੱਲ ਲਈ ਡਾਂਟ ਰਿਹਾ ਤਾਂ ਉਹ ਅੱਛਾ ਹੈ। ਬਟ ਅਗਰ ਉਹ ਚੀਜ਼ਾਂ ਗਲਤ ਦਿਖ ਰਹੀਆਂ ਹੋਣ ਤਾਂ ਉਹਦਾ ਫਿਰ ਆਵਾਜ਼ ਉਠਾਉਣਾ ਵੀ ਬਣਦਾ ਹੈ। बिल्कुल ठीक है। आप खुद यहाँ 8-10 साल वहाँ पे रहे, आप खुद पास्टर हो, तो आप बेसिकली ईसाई हो आप या आप कन्वर्जन में हो? मैंने प्रभु यीशु मसीह को ग्रहण किया है। अच्छा हाँ। वैसे आप किस धर्म से? मैं हिंदू धर्म से बिलोंग करता हूँ। अच्छा। हाँ। जब कैसे सबसे पहली बार आपका इनके पास जाना हुआ था? मैंने मेरे घर के पास, मैं चंडीगढ़ में रहता था, तो मेरे घर के पास चर्च लगती थी। उससे पहले मैं 2 साल से पहले चर्च जा रहा था, तो फिर मैंने सुना और मैं गया था। फिर मैं वहाँ पर गया था, मैं एज अ वॉलंटियर सेवा करी थी पहले वहाँ पर, मैंने एज अ कैमरामैन। फिर मैं प्रभु में मैंने बाइबल पढ़ना शुरू किया। जो सोच के, जो देख के, समझ के, या जो बाइबल को आप अपना आदर्श मानकर वहाँ गए थे, वैसा सब कुछ ये करते हैं लोग? बजिंदर करता है ऐसा सब कुछ? पहले होता था, अब नहीं होता। कितनी देर से? काफ़ी समय हो गया, अब तो 1.5-2 साल से तकरीबन नहीं हो रहा, क्योंकि जो न्यूज़ सुन रहे थे हम सुनते आ रहे थे। एक होता है ना इंसान कहता है नहीं पहले कंफर्म हो जाए, कंफर्म हो जाए, तो जब परमेश्वर की इच्छा होती है फिर हम निकल आए। हमने डिसाइड कर लिया, क्योंकि हम मेरी कुलीग है जो जिसके थप्पड़ मारा गया, फिर हमने बिल्कुल ही डिसाइड कर लिया कि जहाँ पर हमारी रिस्पेक्ट नहीं हो रही है, इज्जत नहीं हो रही है, वहाँ पर परमेश्वर हो नहीं सकता। क्योंकि इंसान, हम एक दूसरे को प्यार करना सिखाती है बाइबल, एक दूसरे का इज्जत मान सम्मान करना सिखाती है, क्योंकि सब परमेश्वर से पैदा हुए। और तो फिर वही चीज़ नहीं हो रही है अपने लोगों के साथ, जो आपके साथ कदम से कदम बढ़ाकर चल रहे हैं, जो आपके सुख में भी रहे, आपके दुख में भी रहे। और जिस टाइम इनके साथ प्रॉब्लम हुई थी पहले 2018 में जब केस हुआ था कोई, तो उस टाइम भी हम इनके साथ नहीं रहे, हम छोड़ा नहीं हमने। मैंने कहा नहीं ये हो सकता है झूठा है, पता भी केस गलत होगा, झूठा केस हुआ। बिल्कुल बिल्कुल। पर उस केस में मैं कहना चाहता, क्योंकि वो कोर्ट में चल रहा है उस टाइम की, वैसे मैं बता रहा हूँ कि हम लोग उस टाइम भी थे इनके साथ, हमने छोड़ा नहीं। कि हमें पैसे का लालच नहीं था इनसे, यार जॉब कर रहे हैं, नौकरी का लालच नहीं था। फिर बाद में हमें सेवा छोड़कर नौकरी करने लगे, क्योंकि हमें पता लग गया कि यहाँ पर अब ये सही नहीं चल रहा सिस्टम। फिर जब थप्पड़ मारा गया, इंसल्ट हुई, तो मुझे ऐसा लगा, मुझे फील हुआ खुद को कि उसे नहीं मुझे मारा गया। इस बार उसके बाद इनको मैंने पहले ही कह दिया था, मैंने कहा मैं छोड़ के जाऊंगा। बात, इसके जो प्रचार प्रसार के कार्यक्रम है उसमें हकीकत कितनी है, पाखंड कितना? देखो बाइबल वचन, जो पवित्र बाइबल है वो सच्ची है, पर उसको अगर मैं अपना मुखौटा बना लूं, मैं अपने गलतियां छुपाने के लिए, तो ये गलत है ना, ये गलत है। क्या लगता है, अब जैसे FIR दर्ज हो चुकी है, पुलिस एक्शन तो हो ही रहा है इस पे, फिर भी आपको कोई डर है, खतरा है? डर तो है सर, बिल्कुल डर है। और कल आपने देखा SSP ऑफिस के बाहर धरना लगाया गया और क्रॉस पर्चा करने की मांग की गई है कि FIR, मतलब प्रेशर बनाते हैं ये प्रशासन पर, कि इनका शुरू से यही काम रहा है, पर प्रेशर बनाया, धरना डाल दिया, पर्चे कैंसिल करा दो, फिर उसके बाद दूसरे पे क्रॉस पर्चा डाल दो। मतलब इससे क्या है, दूसरी पार्टी दब जाए, मतलब हम दब जाएं और हम डर जाएं, क्योंकि हमारे पास इतनी सपोर्ट नहीं है, इतने फॉलोअर्स नहीं है, और हम दब जाएं और हम उसको कैंसिल करा दें।